ਹੈਲੋ ਫਰੈਂਡਸ, ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨੌਲੇਜ ਦੇਣ ਜਾ ਰਹੀ ਹਾਂ ਜੀ ਪੀਐਸ ਟੈਟ ਦਾ ਜੋ ਐਸਐਸਟੀ ਸਬਜੈਕਟ ਹੈ ਜੀ। ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੀ, ਅਲੱਗ-ਅਲੱਗ ਜਿਹੜੇ ਪਾਰਟਸ ਹੁੰਦੇ ਆ, ਜਿਵੇਂ ਜੀਓਗ੍ਰਾਫੀ ਹੈ, ਹਿਸਟਰੀ, ਜਿਵੇਂ ਜੀਓ ਹੈ, ਹਿਸਟਰੀ ਹੈ, ਪੋਲੀਟੀ ਹੈ, ਠੀਕ ਹੈ। ਅਤੇ ਉਸ ਤੋਂ ਬਾਅਦ ਜਿਹੜੀ ਪੈਡਾਗੋਜੀ ਤੁਹਾਡੀ ਜਿਹੜੀ ਆ ਜਾਂਦੀ ਹੈ, ਠੀਕ ਹੈ, ਉਹਦੇ ਨਾਲ ਸੰਬੰਧਿਤ ਹੈ ਜੀ। ਇਹਦੇ ਵਿੱਚ ਮੈਂ ਹਿਸਟਰੀ ਬਾਰੇ ਦੇ ਵਿੱਚ ਗੱਲ ਕਰਾਂਗੀ। ਸਿਰਫ ਮੇਰਾ ਮਕਸਦ ਤੁਹਾਨੂੰ ਜਿਹੜੀ ਨੌਲੇਜ ਦੇਣਾ ਹੈ। ਸੋ ਉਹਦੇ ਵਿੱਚ ਸਿਰਫ ਇੰਪੋਰਟੈਂਟ ਜਿਹੜੀਆਂ ਚੀਜ਼ਾਂ ਹੋਣਗੀਆਂ, ਸਿਰਫ ਉਹਦੇ ਬਾਰੇ ਦੇ ਵਿੱਚ ਹੀ ਆਪਾਂ ਗੱਲ ਕਰਾਂਗੇ, ਜਿਹਦੇ ਬਾਰੇ ਦੇ ਵਿੱਚ ਤੁਹਾਨੂੰ ਜਿਹੜਾ ਪਤਾ ਹੋਣਾ ਜ਼ਰੂਰੀ ਹੈ। ਅਤੇ ਇਹ ਜ਼ਰੂਰ ਜਿਹੜੀਆਂ ਮੈਂ ਤੁਹਾਨੂੰ ਦੱਸਾਂਗੀ, ਇਹ ਜ਼ਰੂਰ ਪੇਪਰ ਦੇ ਵਿੱਚ ਜਿਹੜੀਆਂ ਚੀਜ਼ਾਂ ਹੈਲਪਫੁਲ ਰਹਿਣਗੀਆਂ ਤੁਹਾਡੇ, ਠੀਕ ਹੈ। ਪੀਐਸ ਟੈਟ ਦੇ ਸਟੂਡੈਂਟਸ ਦੇ ਲਈ ਹੈ, ਸੋ ਜਿਨ੍ਹਾਂ ਕੋਲ ਐਸਐਸਟੀ ਸਬਜੈਕਟ ਹੈ ਜੀ। ਪਲੇਲਿਸਟ ਆਪਾਂ ਅਲੱਗ ਤੋਂ ਬਣਾ ਦਿੱਤੀ ਹੈ, ਇੱਕ ਜੀਓ ਦੀ ਬਣਾ ਦਿੱਤੀ ਹੈ, ਜੀਓਗ੍ਰਾਫੀ ਦੀ, ਇੱਕ ਹਿਸਟਰੀ ਦੀ ਬਣਾਤੀ ਹੈ, ਪੋਲੀਟੀ ਦੀ ਵੀ ਬਣਾ ਦਾਂਗੇ। ਇਹ ਨੋਟਸ ਤੁਹਾਡੀ ਜ਼ਰੂਰ ਹੈਲਪ ਕਰਨਗੇ, ਠੀਕ ਹੈ। ਜਾਂ ਮੈਂ ਕੁਝ ਜੋ ਗੱਲਾਂ ਤੁਹਾਨੂੰ ਦੱਸਾਂਗੀ ਉਹ ਵੀ ਤੁਹਾਡੀ ਹੈਲਪ ਕਰਨਗੀਆਂ। ਸਿਰਫ ਇੰਪੋਰਟੈਂਟ ਜੋ ਗੱਲਾਂ ਨੇ ਆਪਾਂ ਇੱਥੇ ਉਹੀ ਡਿਸਕਸ ਕਰਾਂਗੇ, ਤਾਂ ਜ਼ਿਆਦਾ ਲੰਬੀਆਂ ਵੀਡੀਓਜ਼ ਵੀ ਨਹੀਂ ਆਪਾਂ ਬਣਾਵਾਂਗੇ। ਸੋ ਤੁਹਾਡੀ ਹੈਲਪ ਜ਼ਰੂਰ ਕਰਨਗੀਆਂ। ਮੇਰਾ ਮਕਸਦ ਸਿਰਫ ਤੁਹਾਡੀ ਹੈਲਪ ਕਰਨਾ ਹੈ, ਇੱਥੇ ਤੁਹਾਨੂੰ ਇਨਫੋਰਮੇਸ਼ਨ ਦੇਣਾ। ਸੋ ਕੁਝ ਜਿਹੜੇ ਸਟੂਡੈਂਟਸ ਆ ਉਹ ਨਹੀਂ ਲੈ ਸਕਦੇ, ਨਾ ਹੀ ਔਨਲਾਈਨ ਕੋਚਿੰਗ, ਨਾ ਹੀ ਆਫਲਾਈਨ, ਸੋ ਉਹਨਾਂ ਦੀ ਹੈਲਪ ਹੋ ਜਾਂਦੀ ਆ। ਸੋ ਸਿਰਫ ਇੰਪੋਰਟੈਂਟ ਗੱਲਾਂ ਦੀ ਆਪਾਂ ਜਿਹੜੀ ਗੱਲ ਕਰਾਂਗੇ, ਇੰਪੋਰਟੈਂਟ ਇਨਫੋਰਮੇਸ਼ਨ ਹੀ ਤੁਹਾਨੂੰ ਦੇਵਾਂਗੇ, ਜੋ ਕਿ ਤੁਹਾਡੀ ਹੈਲਪ ਕਰੇਗੀ ਪੀਐਸ ਟੈਟ ਦੇ ਵਿੱਚ। ਸੋ ਫਸਟ ਇੱਥੇ ਆ ਜਾਂਦੀ ਹੈ ਜੀ ਹਿਸਟਰੀ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਜੀ ਹਿਸਟਰੀ ਸ਼ਬਦ ਕਿੱਥੋਂ ਆਇਆ ਹੈ, ਠੀਕ ਹੈ। ਪਿਤਾਮਾ ਕੌਣ ਹੈ ਹਿਸਟਰੀ ਦਾ, ਇਹ ਵਾਲਾ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ। ਜਿਵੇਂ ਕਿ ਮੈਂ ਜੀਓਗ੍ਰਾਫੀ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀਗਾ ਕਿ ਫਾਦਰ ਕੌਣ ਹੈ ਨਾ, ਅਤੇ ਇਵੇਂ ਤੁਹਾਨੂੰ ਹਿਸਟਰੀ ਦੇ ਵਿੱਚ ਵੀ ਸਾਰਾ ਕੁਝ ਜਿਹੜਾ ਪਤਾ ਹੈ ਉਹ ਹੋਣਾ ਚਾਹੀਦਾ। ਸੋ ਹਿਸਟਰੀ ਸ਼ਬਦ ਦੀ ਆਪਾਂ ਗੱਲ ਕਰੀਏ, ਹਿਸਟਰੀ ਸ਼ਬਦ ਦੀ ਗੱਲ ਕਰੀਏ ਤਾਂ ਇਹ ਗ੍ਰੀਕ ਭਾਸ਼ਾ ਦੇ ਸ਼ਬਦ ਤੋਂ ਜਿਹੜਾ ਹੋਂਦ ਵਿੱਚ ਆਇਆ ਹੈ। ਸੋ ਗ੍ਰੀਕ ਭਾਸ਼ਾ ਦਾ ਸ਼ਬਦ ਸੀਗਾ ਜੀ ਹਿਸਟੋਰੀਆ ਸ਼ਬਦ ਤੋਂ ਲਿਆ ਗਿਆ ਹੈ। ਹਿਸਟਰੀ ਸ਼ਬਦ ਗ੍ਰੀਕ ਭਾਸ਼ਾ ਦੇ ਸ਼ਬਦ ਹਿਸਟੋਰੀਆ ਸ਼ਬਦ ਤੋਂ ਲਿਆ ਗਿਆ ਹੈ। ਇਹਦਾ ਅਰਥ ਹੈ ਜੀ ਲੰਘੇ ਹੋਏ ਸਮੇਂ ਦੀ ਪੜਚੋਲ ਕਰਨਾ। ਜੋ ਸਮਾਂ ਲੰਘ ਗਿਆ ਜੀ ਉਹਦੇ ਬਾਰੇ ਦੇ ਵਿੱਚ ਜਿਹੜੀ ਹੈ ਡਿਟੇਲ ਹੁੰਦੀ ਹੈ ਨਾ, ਉਸ ਸਮੇਂ ਦੀ ਪੜਚੋਲ ਕਰਦਾ, ਉਸ ਸਮੇਂ ਦੀ ਵਿਆਖਿਆ ਕਰਦਾ, ਉਸ ਸਮੇਂ ਦੇ ਬਾਰੇ ਦੇ ਵਿੱਚ ਦੱਸਦਾ ਹੈ, ਠੀਕ ਹੈ। ਇਤਿਹਾਸ ਆਪਾਂ ਨੂੰ, ਹਿਸਟਰੀ ਕੀ ਹੈ ਜੀ, ਆਪਾਂ ਨੂੰ ਪੁਰਾਣਾ ਸਮਾਂ ਜੋ ਲੰਘ ਚੁੱਕਿਆ ਸਮਾਂ, ਉਹਦੇ ਬਾਰੇ ਦੇ ਵਿੱਚ ਸਾਨੂੰ ਜਿਹੜੀ ਜਾਣਕਾਰੀ ਹੈ ਉਹ ਮਿਲਦੀ ਹੈ। ਤਾਂ ਹਿਸਟਰੀ ਜਿਹੜਾ ਸ਼ਬਦ ਹੈ ਉਹ ਗ੍ਰੀਕ ਭਾਸ਼ਾ ਦੇ ਸ਼ਬਦ ਹਿਸਟੋਰੀਆ ਸ਼ਬਦ ਤੋਂ ਜਿਹੜਾ ਬਣਿਆ ਹੈ, ਠੀਕ ਹੈ ਜੀ। ਹਿਸਟੋਰੀਆ ਸ਼ਬਦ ਤੋਂ ਜਿਹੜਾ ਬਣਿਆ ਜਾਂ ਲਿਆ ਗਿਆ ਹੈ, ਠੀਕ ਹੈ। ਇਸ ਦਾ ਅਰਥ ਕੀ ਹੈ ਜੀ, ਲੰਘੇ ਹੋਏ ਸਮੇਂ ਦੀ ਪੜਚੋਲ ਕਰਨਾ। ਬਸ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹਿਸਟਰੀ ਸ਼ਬਦ ਕਿੱਥੋਂ ਬਣਿਆ, ਗ੍ਰੀਕ ਭਾਸ਼ਾ ਤੋਂ ਬਣਿਆ, ਯੂਨਾਨੀ ਭਾਸ਼ਾ ਤੋਂ, ਅਤੇ ਕਿਹੜਾ ਸ਼ਬਦ ਸੀ, ਹਿਸਟੋਰੀਆ ਤੋਂ ਹਿਸਟਰੀ ਹੋਣ ਦੇ ਵਿੱਚ ਆਇਆ, ਠੀਕ ਹੈ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇੱਕ ਤਾਂ ਤੁਹਾਡਾ ਜਿਹੜਾ ਬਣ ਗਿਆ ਜੀ, ਇੱਥੇ ਹੀ ਜਿਹੜੇ ਤੁਹਾਡੇ ਦੋ ਜਿਹੜੇ ਕੁਐਸਚਨ ਹੈ ਉਹ ਬਣ ਰਹੇ ਆ, ਠੀਕ ਹੈ। ਹਿਸਟਰੀ ਜਿਹੜਾ ਹੈ ਉਹ ਕਿਹੜੇ ਸ਼ਬਦ ਤੋਂ ਬਣਿਆ, ਗ੍ਰੀਕ ਭਾਸ਼ਾ ਤੋਂ, ਅਤੇ ਨਾਮ ਕੀ ਹੈ ਉਸ ਸ਼ਬਦ ਦਾ, ਹਿਸਟੋਰੀਆ, ਠੀਕ ਹੈ। ਇਹ ਪਤਾ ਹੋਣਾ ਚਾਹੀਦਾ, ਠੀਕ ਹੈ। ਨੈਕਸਟ ਤੁਹਾਡਾ ਜਿਹੜਾ ਬਣਦਾ ਜੀ ਇਤਿਹਾਸ ਦੀ ਪੜਚੋਲ ਕਰਦਾ, ਜੋ ਇਤਿਹਾਸ ਦੇ ਬਾਰੇ ਦੇ ਵਿੱਚ ਜਾਣਕਾਰੀ ਇਕੱਠੀ ਕਰਦਾ ਨਾ, ਉਹਦੀ ਪੜਚੋਲ ਕਰਦਾ, ਉਹਨੂੰ ਕੀ ਕਿਹਾ ਜਾਂਦਾ ਜੀ, ਉਹਨੂੰ ਹਿਸਟੋਰੀਅਨ ਕਿਹਾ ਜਾਂਦਾ। ਇਤਿਹਾਸਕਾਰ, ਹਿਸਟੋਰੀਅਨ, ਜਿਹੜਾ ਬੰਦਾ ਇਤਿਹਾਸ ਦੀ ਪੜਚੋਲ ਕਰਦਾ, ਪੁਰਾਣੇ ਸਮੇਂ ਦੀ ਜਿਹੜੀ ਪੜਚੋਲ ਕਰਦਾ, ਉਹਦੇ ਬਾਰੇ ਡਿਟੇਲ ਹੈ ਉਹ ਇਕੱਠੀ ਕਰਦਾ, ਉਹਦੀ ਪੜਚੋਲ ਕਰਦਾ, ਉਹਨੂੰ ਕੀ ਕਿਹਾ ਜਾਂਦਾ, ਹਿਸਟੋਰੀਅਨ ਕਿਹਾ ਜਾਂਦਾ ਹੈ, ਠੀਕ ਹੈ। ਉਹਨੂੰ ਹਿਸਟੋਰੀਅਨ, ਇਹ ਵੀ ਪੁੱਛਿਆ ਜਾਂਦਾ ਕੁਐਸਚਨ ਬਣਦਾ ਇੱਥੇ ਵੀ, ਹਿਸਟੋਰੀਅਨ ਕਿਹਾ ਜਾਂਦਾ ਉਹਨੂੰ। ਅਤੇ ਜਾਂਦਾ ਹੈ ਜੋ ਲਿਖਤੀ ਰੂਪ ਦਿੰਦਾ ਉਸਨੂੰ ਹਿਸਟੋਗ੍ਰਾਫੀ, ਅਤੇ ਜੋ ਉਸ ਇਤਿਹਾਸ ਨੂੰ ਜਿਹੜੀ ਪੜਚੋਲ ਕੀਤੀ ਹੈ, ਡਿਟੇਲ ਇਕੱਠੀ ਕੀਤੀ ਹੈ, ਉਹਨੂੰ ਲਿਖਤੀ ਰੂਪ ਦਿੰਦਾ, ਉਹਨੂੰ ਹਿਸਟੋਗ੍ਰਾਫੀ ਕਿਹਾ ਜਾਂਦਾ। ਕੀ ਕਿਹਾ ਜਾਂਦਾ ਜੀ, ਹਿਸਟੋਗ੍ਰਾਫੀ, ਠੀਕ ਹੈ। ਇੱਥੇ ਦੇਖੋ ਹੁਣ 3-4 ਜਿਹੜੇ ਕੁਐਸਚਨ ਮਤੇ, ਹਿਸਟਰੀ ਸ਼ਬਦ ਗ੍ਰੀਕ ਭਾਸ਼ਾ ਤੋਂ ਲਿਆ ਗਿਆ, ਠੀਕ ਹੈ ਜੀ। ਗ੍ਰੀਕ ਭਾਸ਼ਾ ਦਾ ਸ਼ਬਦ ਹੈਗਾ ਸੀ ਹਿਸਟੋਰੀਆ, ਉਹਦੇ ਤੋਂ ਬਣਿਆ, ਠੀਕ ਹੈ। ਇਹਦਾ ਮਤਲਬ ਹੈਗਾ ਲੰਘੇ ਹੋਏ ਸਮੇਂ ਦੀ ਜਿਹੜੀ ਪੜਚੋਲ ਕਰਨਾ। ਜੋ ਇਨ ਪਰਸਨ ਜਿਹੜਾ ਇਤਿਹਾਸ ਦੇ ਬਾਰੇ ਦੇ ਵਿੱਚ ਡਿਟੇਲ ਇਕੱਠੀ ਕਰਦਾ, ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਘਟਨਾ ਘਟਦੀਆਂ, ਉਹਨੂੰ ਕੀ ਕਿਹਾ ਜਾਂਦਾ, ਹਿਸਟੋਰੀਅਨ ਕਿਹਾ ਜਾਂਦਾ, ਇਤਿਹਾਸਕਾਰ ਕਿਹਾ ਜਾਂਦਾ ਹੈ। ਅਤੇ ਜੋ ਉਹਨੂੰ ਲਿਖਤੀ ਰੂਪ ਦਿੰਦਾ ਉਹਨੂੰ ਹਿਸਟੋਗ੍ਰਾਫੀ ਕਿਹਾ ਜਾਂਦਾ ਹੈ, ਠੀਕ ਹੈ। ਇਹ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ। ਜਿੰਨੀਆਂ ਵੀ ਗੱਲਾਂ ਦੱਸਾਂਗੀ ਇੰਪੋਰਟੈਂਟ ਹੀ ਹੈ, ਅਤੇ ਤੁਹਾਨੂੰ ਜਿਹੜੀਆਂ ਪਤਾ ਹੋਣੀਆਂ ਜ਼ਰੂਰੀ ਨੇ।
ਤੇ ਵਰਲਡ ਹਿਸਟਰੀ ਦਾ ਜਿਹੜਾ ਪਿਤਾਮਾ ਕੌਣ ਹੈ ਵਰਲਡ ਹਿਸਟਰੀ ਦਾ, ਕਿਉਂਕਿ ਹਿਸਟਰੀ ਕਈ ਪ੍ਰਕਾਰ ਦੀ ਹੁੰਦੀ ਆ। ਵਰਲਡ ਹਿਸਟਰੀ, ਇੰਡੀਅਨ ਹਿਸਟਰੀ, ਪੰਜਾਬ ਹਿਸਟਰੀ। ਪੰਜਾਬ ਹਿਸਟਰੀ ਪੰਜਾਬ ਦੀ ਨੌਲੇਜ ਹਿਸਟਰੀ, ਸਾਰਾ ਇਤਿਹਾਸ ਹੈ। ਇੰਡੀਅਨ ਹਿਸਟਰੀ ਭਾਰਤ ਦਾ ਇਤਿਹਾਸ ਹੈ ਨਾ, ਤੇ ਵਰਲਡ ਹਿਸਟਰੀ ਸਾਰੀ ਦੁਨੀਆ ਦਾ ਇਤਿਹਾਸ। ਆਪਾਂ ਪੀਐਸ ਸਟਾਰਟ ਦੇ ਵਿੱਚ ਸਿਰਫ ਇੰਡੀਅਨ ਹਿਸਟਰੀ ਦੀ ਜਿਹੜੀ ਆਪਾਂ ਗੱਲ ਕਰਨੀ ਹੈ, ਬਟ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਵਰਲਡ ਹਿਸਟਰੀ ਦਾ ਪਿਤਾਮਾ ਕੌਣ ਹੈ? ਹੈਰੋਡੋਟਸ। ਹੈਰੋਡੋਟਸ ਨੂੰ ਜਿਹੜਾ ਵਰਲਡ ਹਿਸਟਰੀ ਦਾ ਪਿਤਾਮਾ ਕਿਹਾ ਜਾਂਦਾ। ਦੁਨੀਆ ਦੀ ਜੋ ਇਤਿਹਾਸ ਹੈ ਉਹਦਾ ਪਿਤਾਮਾ ਕੌਣ ਹੈ ਜੀ? ਹੈਰੋਡੋਟਸ ਹੈ। ਠੀਕ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਵਰਲਡ ਹਿਸਟਰੀ ਦਾ ਪਿਤਾਮਾ ਕੌਣ ਹੈ ਜੀ? ਹੈਰੋਡੋਟਸ। ਨੈਕਸਟ ਆ ਜਾਓ ਜੀ। ਆਪਾਂ ਕਿਉਂਕਿ ਭਾਰਤੀ ਇੰਡੀਅਨ ਹਿਸਟਰੀ ਦੀ ਗੱਲ ਕਰਨੀ ਹੈ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਭਾਰਤੀ ਇਤਿਹਾਸ ਦਾ ਜਿਹੜਾ ਪਿਤਾਮਾ ਹੈ ਉਹ ਕੌਣ ਹੈ? ਤਾਂ ਕਲਹਨ। ਕਲਹਨ ਜਿਹੜਾ ਜੀ ਭਾਰਤੀ ਇਤਿਹਾਸ ਦਾ ਪਿਤਾਮਾ ਹੈ ਜੀ, ਕਲਹਨ। ਭਾਰਤੀ ਇਤਿਹਾਸ ਦਾ ਪਿਤਾਮਾ ਕੌਣ ਹੈ ਜੀ? ਕਲਹਨ। ਕਲਹਨ ਭਾਰਤੀ ਇਤਿਹਾਸ ਦਾ ਪਿਤਾਮਾ। ਇਹਨੇ ਜਿਹੜਾ ਗ੍ਰੰਥ ਲਿਖਿਆ ਸੀ ਉਹ ਲਿਖਿਆ ਸੀ ਰਾਜ ਤਰੰਗਣੀ। ਸੋ ਰਾਜ ਤਰੰਗਣੀ ਗ੍ਰੰਥ ਲਿਖਿਆ ਸੀ ਜਿਹਦੇ ਵਿੱਚ ਉਹਨੇ ਕਸ਼ਮੀਰ ਦੇ ਇਤਿਹਾਸ ਦੀ ਜਿਹੜੀ ਗੱਲ ਹੈ ਉਹ ਕੀਤੀ ਸੀਗੀ। ਸੋ ਵਰਲਡ ਹਿਸਟਰੀ ਦਾ ਪਿਤਾਮਾ, ਦੁਨੀਆ ਦੀ ਹਿਸਟਰੀ ਦਾ ਪਿਤਾਮਾ ਹੈਗਾ ਜੀ ਹੈਰੋਡੋਟਸ। ਤੇ ਭਾਰਤੀ ਇਤਿਹਾਸ ਦਾ ਜੇਕਰ ਪਿਤਾਮਾ ਦੀ ਗੱਲ ਕਰੀਏ ਤਾਂ ਉਹ ਕਲਹਨ ਹੈ। ਕਲਹਨ ਭਾਰਤੀ ਇਤਿਹਾਸ ਦਾ ਪਿਤਾਮਾ, ਇਹ ਪਤਾ ਹੋਣਾ ਚਾਹੀਦਾ ਹੈ। ਗ੍ਰੰਥ ਲਿਖਿਆ ਸੀ ਉਹਨੇ ਰਾਜ ਤਰੰਗਣੀ, ਇਤਿਹਾਸਕ ਜਿਹੜਾ ਗ੍ਰੰਥ ਲਿਖਿਆ ਸੀ ਰਾਜ ਤਰੰਗਣੀ, ਤੇ ਕਸ਼ਮੀਰ ਦੇ ਇਤਿਹਾਸ ਦੀ ਉਹਨੇ ਗੱਲ ਕੀਤੀ ਸੀਗੀ। ਇਹ ਤੁਹਾਨੂੰ ਜਿਹੜੀਆਂ ਚੀਜ਼ਾਂ ਉਹ ਪਤਾ ਹੋਣੀਆਂ ਚਾਹੀਦੀਆਂ ਨੇ। ਭਾਰਤੀ ਇਤਿਹਾਸ ਦਾ ਪਿਤਾਮਾ ਕਲਹਨ। ਠੀਕ ਹੈ, ਹੁਣ ਹਿਸਟਰੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਹਿਸਟਰੀ ਕਿਹਦੇ ਨਾਲ ਸੰਬੰਧਿਤ ਹੈ? ਠੀਕ ਹੈ ਜੀ, ਉਹਦੀ ਗੱਲ ਕਰੀਏ। ਹਿਸਟਰੀ ਦੇ ਵਿੱਚ ਇੱਕ ਤਾਂ ਜਿਹੜੀ ਘਟਨਾ ਕੋਈ ਵੀ ਵਾਪਰਦੀ ਆ ਉਹਦੇ ਬਾਰੇ ਦੇ ਵਿੱਚ ਗੱਲ ਹੁੰਦੀ ਹੈ। ਹਿਸਟਰੀ ਦੇ ਵਿੱਚ ਕੋਈ ਵੀ ਘਟਨਾ ਵਾਪਰੀ ਉਹ ਕਿਹੜੇ ਸਮੇਂ ਦੇ ਵਿੱਚ ਵਾਪਰੀ ਹੈ ਉਸ ਘਟਨਾ ਦੀ ਗੱਲ ਹੁੰਦੀ ਹੈ। ਸੈਕਿੰਡ, ਉਸ ਘਟਨਾ ਨੂੰ ਲੈ ਕੇ ਕੀ ਕੀ ਪ੍ਰਭਾਵ ਪਏ ਨੇ, ਕੀ ਕੀ ਇੰਪੈਕਟ ਪਏ ਨੇ, ਉਹਦੇ ਬਾਰੇ ਦੇ ਵਿੱਚ ਜਿਹੜਾ ਪੜ੍ਹਿਆ ਜਾਂਦਾ ਹੈ। ਥਰਡ, ਇਹ ਜਿਹੜੀ ਘਟਨਾ ਘਟੀ ਹੈ ਤੇ ਜਿਹੜੇ ਪ੍ਰਭਾਵ ਪਏ ਨੇ। ਹੁਣ ਪੁਰਾਣਾ ਸਮਾਂ ਹੈ ਜਿਹੜਾ ਹੈ, ਕੋਈ ਵੀ ਘਟਨਾ ਘਟੀ ਹੈ ਉਹਦੇ ਇੰਪੈਕਟ ਪਏ ਨੇ, ਉਹ ਆਪਾਂ ਨੂੰ ਕਿੱਥੋਂ ਪਤਾ ਲੱਗਦਾ ਹੈ ਨਾ? ਸਰੋਤਾਂ ਤੋਂ ਪਤਾ ਲੱਗਦਾ। ਤੇ ਉਹਨਾਂ ਸਰੋਤਾਂ ਦੇ ਬਾਰੇ ਦੇ ਵਿੱਚ ਵੀ ਆਪਾਂ ਹਿਸਟਰੀ ਦੇ ਵਿੱਚ ਆਪਾਂ ਉਹਨਾਂ ਸਰੋਤਾਂ ਦੀ ਵੀ ਗੱਲ ਕਰਦੇ ਹਾਂ, ਕਿਉਂਕਿ ਉੱਥੋਂ ਆਪਾਂ ਨੂੰ ਉਸ ਸਮੇਂ ਦੀ ਜਿਹੜੀ ਜਾਣਕਾਰੀ ਹੈ ਉਹ ਮਿਲਦੀ ਹੈ। ਠੀਕ ਹੈ, ਘਟਨਾਵਾਂ ਜੋ ਹੁੰਦੀਆਂ ਨੇ ਇਤਿਹਾਸਿਕ ਉਹਦੇ ਬਾਰੇ ਦੇ ਵਿੱਚ ਆਪਾਂ ਹਿਸਟਰੀ ਦੇ ਵਿੱਚ ਪੜ੍ਹਦੇ ਹਾਂ। ਉਹਨਾਂ ਦੇ ਪ੍ਰਭਾਵ ਕੀ ਪਏ ਨੇ, ਠੀਕ ਹੈ, ਉਹਨਾਂ ਦੇ ਬਾਰੇ ਦੇ ਵਿੱਚ ਪੜ੍ਹਦੇ ਹਾਂ। ਤੇ ਇਹਨਾਂ ਘਟਨਾਵਾਂ ਤੇ ਪ੍ਰਭਾਵਾਂ ਦੇ ਬਾਰੇ ਵਿੱਚ ਜਿਹੜੇ ਸੋਰਸਸ ਤੋਂ ਆਪਾਂ ਨੂੰ ਪਤਾ ਚੱਲਦਾ ਆਪਾਂ ਉਹਨਾਂ ਬਾਰੇ ਵੀ ਹਿਸਟਰੀ ਦੇ ਵਿੱਚ ਜਿਹੜਾ ਪੜ੍ਹਦੇ ਹਾਂ। ਠੀਕ ਹੈ, ਜਿਵੇਂ ਕਿ ਇੱਥੇ ਜੇਕਰ ਐਗਜ਼ਾਮਪਲ ਲੈ ਲਈਏ ਕਿ ਕੋਈ ਜਿਹੜੀ ਲੜਾਈ ਆ ਉਹ ਹੋਈ, ਚਲੋ ਆਪਾਂ ਪਾਣੀਪਤ ਦੀ ਹੀ ਗੱਲ ਕਰ ਲਈਏ। 1526 ਦੇ ਵਿੱਚ ਜਿਹੜੀ ਹੈ ਪਾਣੀਪਤ ਦੀ ਜਿਹੜੀ ਹੈ ਉਹ ਲੜਾਈ ਹੋਈ 1526 ਦੇ ਵਿੱਚ। ਠੀਕ ਹੈ, ਇਹ ਹੋ ਗਈ ਘਟਨਾ ਕਿ ਆਪਾਂ ਨੂੰ ਪਤਾ ਹੈ ਜੀ 1526 ਦੇ ਵਿੱਚ ਜਿਹੜੀ ਪਾਣੀਪਤ ਦੀ ਲੜਾਈ ਹੋਈ ਹੈ। ਠੀਕ ਹੈ, ਜਿਹਦੇ ਵਿੱਚ ਬਾਬਰ ਤੇ ਇਬਰਾਹਿਮ ਲੋਧੀ ਦੇ ਵਿਚਕਾਰੇ ਵਾਲੀ ਜਿਹੜੀ ਲੜਾਈ ਹੋਈ, ਇਹ ਕੀ ਹੋ ਗਈ ਘਟਨਾ। ਭਾਵੇਂ ਬਕਸਰ ਦੀ ਲੜਾਈ ਹੋਈ ਹੈ ਹਨਾ, ਪਹਿਲਾ ਜਿਹੜਾ ਮਹਾਯੁੱਧ ਹੋਇਆ, ਦੂਜਾ ਮਹਾਯੁੱਧ ਹੋਇਆ, ਬਹੁਤ ਸਾਰੀਆਂ ਜਿਹੜੀਆਂ ਇਤਿਹਾਸਕ ਜਿਹੜੀਆਂ ਘਟਨਾਵਾਂ ਜਿਹੜੀਆਂ ਘਟੀਆਂ ਨੇ ਹਨਾ। ਸੋ ਪਹਿਲਾਂ ਘਟਨਾਵਾਂ ਦੇ ਬਾਰੇ ਦੇ ਵਿੱਚ ਆਪਾਂ ਪੜ੍ਹਦੇ ਹਾਂ, ਜੋ ਈਵੈਂਟਸ, ਜੋ ਘਟਨਾ ਘਟੀ ਹੈ। ਉਸ ਤੋਂ ਬਾਅਦ ਉਹਨਾਂ ਦੇ ਕੀ ਪ੍ਰਭਾਵ ਪਏ ਨੇ। ਪਹਿਲਾ ਵਿਸ਼ਵ ਯੁੱਧ ਹੋਇਆ, ਦੂਸਰਾ ਵਿਸ਼ਵ ਯੁੱਧ ਹੋਇਆ ਵਾ, ਬਕਸਰ ਦੀ ਲੜਾਈ ਹੋਈ ਨਾ, ਉਹਨਾਂ ਦੇ ਪ੍ਰਭਾਵ ਕੀ ਪਏ ਨੇ। ਠੀਕ ਹੈ, ਉਸ 1947 ਦੀ ਵੀ ਜਿਹੜੀ ਆ ਉਹ ਘਟਨਾ ਘਟੀ ਹੈ ਤਾਂ ਉਹਦੇ ਵੀ ਕੀ ਜਿਹੜੇ ਪ੍ਰਭਾਵ ਪਏ ਨੇ ਹਨਾ, ਉਹਨਾਂ ਸਭ ਦੇ ਬਾਰੇ ਦੇ ਵਿੱਚ ਆਪਾਂ ਨੂੰ ਜਿਹੜਾ ਆਪਾਂ ਪੜ੍ਹਦੇ ਹਾਂ ਹਿਸਟਰੀ ਦੇ ਵਿੱਚ, ਉਹ ਆ ਜਾਂਦਾ ਇੰਪੈਕਟ ਦੇ ਵਿੱਚ, ਪ੍ਰਭਾਵ ਦੇ ਵਿੱਚ। ਠੀਕ ਹੈ, ਘਟਨਾ ਦੇ ਵਿੱਚ ਜਿਹੜੀ 1526 ਦੇ ਵਿੱਚ ਪਾਣੀਪਤ ਦੀ ਲੜਾਈ ਸੀ, ਇਹ ਬਾਬਰ ਤੇ ਇਬਰਾਹਿਮ ਲੋਧੀ ਦੇ ਵਿੱਚ ਹੋਈ ਸੀ, ਜਿਹੜੀ ਇਹਦੇ ਵਿੱਚ ਬਾਬਰ ਦੀ ਜਿੱਤ ਹੋਈ ਸੀ ਤੇ ਲੋਧੀ ਦੀ ਜਿਹੜੀ ਹਾਰ ਹੋਈ ਸੀ। ਇਹਦੇ ਵਿੱਚ ਲੋਧੀ ਵੰਸ਼ ਦੀ ਜਿਹੜੀ ਸਮਾਪਤੀ ਹੋ ਗਈ ਸੀ, ਮੁਗਲ ਰਾਜ ਦੀ ਜਿਹੜੀ ਨੀਂਹ ਆ ਉਹ ਇੱਥੇ ਰੱਖੀ ਗਈ ਸੀ। ਠੀਕ ਹੈ, ਹੁਣ ਆਪਾਂ ਨੂੰ ਇਹ ਜਿਹੜੀ ਘਟਨਾ ਘਟੀ ਸੀ, ਠੀਕ ਹੈ, ਇਹ ਜਿਹੜਾ ਸਮਾਂ ਸੀ, ਇਹ ਜੋ ਕੁਝ ਵੀ ਹੋਇਆ, ਘਟਨਾ ਘਟੀ, ਪ੍ਰਭਾਵ ਪਏ, ਕੀ ਕੁਝ ਹੋਇਆ, ਉਹ ਆਪਾਂ ਨੂੰ ਸਭ ਕੁਝ ਕਿੱਥੋਂ ਪਤਾ ਲੱਗਦਾ? ਉਹ ਸੋਰਸਸ ਤੋਂ ਪਤਾ ਲੱਗਦਾ, ਸਰੋਤਾਂ ਤੋਂ ਪਤਾ ਲੱਗਦਾ। ਹੁਣ ਸਰੋਤ ਕਿਹੜੇ ਕਿਹੜੇ ਨੇ? ਤੁਝਕੋ, ਬਾਬਰੀ ਤੇ ਬਾਬਰਨਾਮਾ, ਕਿਉਂਕਿ ਬਾਬਰਨਾਮਾ ਨੇ ਆਪਣੇ ਜਿਹੜੇ ਆ ਉਹ ਲਿਖੇ ਸੀਗੇ ਹਨਾ, ਆਪਦਾ ਸਾਰਾ ਜਿਹੜਾ ਜੀਵਨ ਕਾਲ ਦੇ ਬਾਰੇ ਦੇ ਵਿੱਚ ਲਿਖਿਆ, ਬਾਬਰਨਾਮਾ, ਤੁਝਕੋ, ਬਾਬਰੀ। ਇਹਨਾਂ ਸਰੋਤ ਦੇ ਰਾਹੀਂ ਆਪਾਂ ਨੂੰ ਜਿਹੜਾ ਉਸ ਸਮੇਂ ਦੇ ਬਾਰੇ ਦੇ ਵਿੱਚ ਜਿਹੜਾ ਪਤਾ ਹੈ ਉਹ ਲੱਗਦਾ। ਤੇ ਹਿਸਟਰੀ ਦੇ ਵਿੱਚ ਆਪਾਂ ਇਹਨਾਂ ਸਰੋਤ ਦੇ ਬਾਰੇ ਦੇ ਵਿੱਚ ਵੀ ਪੜ੍ਹਦੇ ਹਾਂ। ਠੀਕ ਹੈ,
ਸੋ ਇੱਥੇ ਬੇਸਿਕਲੀ ਇਹ ਜਿਹੜੀ ਚੀਜ਼ ਤੁਹਾਨੂੰ ਸਮਝਾਉਤਾ ਕਿ ਹਿਸਟਰੀ ਦੇ ਵਿੱਚ ਆਪਾਂ ਕੀ ਕੁਝ ਪੜ੍ਹਦੇ ਹਾਂ, ਈਵੈਂਟਸ ਘਟਨਾਵਾਂ ਬਾਰੇ ਪੜ੍ਹਦੇ ਹਾਂ, ਕਿਹੜੀ ਘਟਨਾ ਘਟੀ, ਪ੍ਰਭਾਵ ਕੀ ਪਏ, ਅਤੇ ਉਹਨਾਂ ਚੀਜ਼ਾਂ ਦਾ ਘਟਨਾਵਾਂ ਪ੍ਰਭਾਵਾਂ ਦਾ ਆਪਾਂ ਨੂੰ ਪਤਾ ਕਿੱਥੋਂ ਚੱਲਦਾ, ਉਹਦੇ ਸਰੋਤਾਂ ਤੋਂ ਪਤਾ ਲੱਗਦਾ ਹੈ ਨਾ। ਅਤੇ ਉਹ ਸਰੋਤ ਦੇ ਬਾਰੇ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ, ਜੋ ਪੁਰਾਣੇ ਟਾਈਮ ਦੇ ਉਸ ਟਾਈਮ ਦੀਆਂ ਜੋ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਤੋਂ ਵੀ ਆਪਾਂ ਨੂੰ ਜਿਹੜਾ ਪਤਾ ਲੱਗਦਾ ਹੈ ਨਾ, ਜੋ ਸਿੱਕੇ ਸੀਗੇ, ਜੋ ਕਿਸ ਤਰ੍ਹਾਂ ਦੀ ਵੀ ਆਪਾਂ ਨੂੰ ਜਾਣਕਾਰੀ ਮਿਲਦੀ, ਜਾਂ ਉਸ ਟਾਈਮ 'ਤੇ ਜਿਹੜੀਆਂ ਜੀਵਨੀਆਂ ਜਿਹੜੀਆਂ ਲਿਖੀਆਂ ਗਈਆਂ ਸੀ ਉੱਥੋਂ ਜਿਹੜਾ ਪਤਾ ਲੱਗਦਾ। ਸੋ ਸਰੋਤ ਦੇ ਬਾਰੇ ਦੇ ਵਿੱਚ ਵੀ ਆਪਾਂ ਹਿਸਟਰੀ ਦੇ ਵਿੱਚ ਪੜ੍ਹਦੇ ਹਾਂ। ਸੋ ਇਹ ਨੌਲੇਜੇਬਲ ਜਿਹੜੀਆਂ ਚੀਜ਼ਾਂ ਨੇ ਤੁਹਾਡੀਆਂ ਸਾਰੀਆਂ। ਕੁਝ ਕਹਿੰਦੇ ਹੁੰਦੇ ਆ ਕਿ ਜਿਵੇਂ ਮੈਕਥਨੀਜ਼ ਹੈ ਜੀ, ਇਹ ਜਿਹੜਾ ਭਾਰਤ ਦਾ ਜਿਹੜਾ ਪਿਤਾਮਾ ਹੈ ਇਤਿਹਾਸ ਦਾ, ਬਟ ਇਹਨੂੰ ਨਹੀਂ ਮੰਨਿਆ ਜਾਂਦਾ। ਆਪਣਾ ਜਿਹੜਾ ਕਲਹਣ ਜਿਹੜਾ ਹੈ ਉਹ ਭਾਰਤੀ ਇਤਿਹਾਸ ਦਾ ਜਿਹੜਾ ਪਿਤਾਮਾ ਹੈ, ਆਪਣਾ ਮੈਥਨੀਜ਼ ਨਹੀਂ ਹੈ, ਕਿਉਂਕਿ ਇਹਨੇ ਜਿਹੜਾ ਵੀ ਗ੍ਰੰਥ ਲਿਖਿਆ ਸੀਗਾ, ਜੋ ਇੰਡਿਕਾ ਲਿਖੀ ਸੀ, ਉਹਦੇ ਵਿੱਚ ਬਿਰਤਾਂਤ ਸੀ। ਉਹਨੂੰ ਆਪਾਂ ਇਤਿਹਾਸ ਨਹੀਂ ਕਹਿ ਸਕਦੇ, ਠੀਕ ਹੈ, ਉਹ ਬਿਰਤਾਂਤ ਸੀਗਾ। ਸੋ ਇਤਿਹਾਸ ਹਮੇਸ਼ਾ ਉਹ ਹੁੰਦਾ ਜੋ ਲੰਘ ਗਿਆ ਸਮਾਂ, ਉਹਦੇ ਬਾਰੇ ਦੇ ਵਿੱਚ ਉਹਦੀ ਪੜਚੋਲ ਕਰਕੇ ਉਹਨੂੰ ਜਿਹੜਾ ਲਿਖਿਆ ਉਹ ਜਾਂਦਾ ਹੈ, ਠੀਕ ਹੈ, ਉਹ ਹੁੰਦਾ ਜੀ ਇਤਿਹਾਸ। ਅਤੇ ਇਹਨੇ ਜਿਹੜਾ ਬਿਰਤਾਂਤ ਨਰੇਸ਼ਨ ਸੀਗਾ ਇਹ ਲਿਖਿਆ ਸੀ ਮੈਥਨੀਜ਼ ਨੇ। ਸੋ ਇੰਪੋਰਟੈਂਟ ਹੀ ਹੈ ਜੀ ਗੱਲਾਂ। ਹੁਣ ਜੇਕਰ ਆਪਾਂ ਗੱਲ ਕਰੀਏ ਤਾਂ ਸ਼ੁਰੂਆਤ ਜਿਹੜੀ ਦੁਨੀਆ ਦੀ ਜਾਂ ਇਤਿਹਾਸ ਦੀ ਜਿਹੜੀ ਸ਼ੁਰੂਆਤ ਹੈ ਉਹ ਕਿੱਥੋਂ ਹੋ ਗਈ ਸੀ? ਦੁਨੀਆ ਦੀ ਸ਼ੁਰੂਆਤ ਜੇਕਰ ਦੁਨੀਆ ਦੀ ਗੱਲ ਕਰੀਏ ਤਾਂ ਅਫਰੀਕਾ ਤੋਂ ਹੋਈ ਮੰਨੀ ਜਾਂਦੀ ਹੈ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਹੋਈ ਮੰਨੀ ਜਾਂਦੀ ਹੈ। ਬਸ ਇਹ ਨੌਲੇਜੇਬਲ ਚੀਜ਼ਾਂ ਨੇ। ਸੋ ਦੁਨੀਆ ਦੀ ਸ਼ੁਰੂਆਤ ਅਫਰੀਕਾ ਤੋਂ ਮੰਨੀ ਜਾਂਦੀ, ਕੁਝ ਦੁਨੀਆ ਦੀ ਸ਼ੁਰੂਆਤ ਅਫਰੀਕਾ ਤੋਂ, ਅਤੇ ਭਾਰਤ ਦੇ ਵਿੱਚ ਜਿਹੜੀ ਸ਼ੁਰੂਆਤ ਹੈ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਮੰਨੀ ਜਾਂਦੀ ਹੈ। ਹੁਣ ਉਸ ਤੋਂ ਬਾਅਦ ਇੱਕ ਜਿਹੜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੀਜ਼ ਆ ਜਾਂਦੀ ਹੈ ਕਿ ਹੁਣ ਜਿਹੜਾ ਇਤਿਹਾਸ ਹੈ, ਠੀਕ ਹੈ, ਹੁਣ ਆਪਾਂ ਇਤਿਹਾਸ ਪੜ੍ਹਦੇ ਹਾਂ, ਬਟ ਇਤਿਹਾਸ ਦੇ ਲਈ ਜਿਹੜੀਆਂ ਮਿਤੀਆਂ ਹੁੰਦੀਆਂ ਨੇ, ਜਿਹੜੇ ਸੰਨ ਹੁੰਦੇ ਨੇ, ਹੈ ਨਾ, ਉਹ ਆਪਾਂ ਕਿਹੜੇ ਕੈਲੰਡਰ ਨੂੰ ਜਿਹੜਾ ਮੁੱਖ ਰੱਖ ਕੇ ਆਪਾਂ ਉਹਨਾਂ ਨੂੰ ਲੈ ਕੇ ਜਿਹੜਾ ਇਤਿਹਾਸ ਹੈ ਉਹ ਪੜ੍ਹਦੇ ਹਾਂ, ਠੀਕ ਹੈ। ਇਹ ਬਹੁਤ ਜ਼ਿਆਦਾ ਜਿਹੜਾ ਜ਼ਰੂਰੀ ਹੈ, ਇਹਦੇ ਬਾਰੇ ਤੁਹਾਨੂੰ ਜਿਹੜਾ ਪਤਾ ਹੈ ਉਹ ਹੋਣਾ ਚਾਹੀਦਾ ਹੈ। ਸੋ ਜਿਹੜਾ ਵੀ ਹਿਸਟਰੀ ਆਪਾਂ ਪੜ੍ਹਦੇ ਹਾਂ, ਠੀਕ ਹੈ, ਜੋ ਵੀ ਡੇਟਸ ਵਗੈਰਾ ਹੁੰਦੀਆਂ ਨੇ, ਹੈ ਨਾ, ਜਨਮ ਹੋਇਆ ਕਦੋਂ ਹੋਇਆ, ਮੌਤ ਕਦੋਂ ਹੋਈ, ਇਹ ਘਟਨਾ ਕਦੋਂ ਘਟੀ, ਹੈ ਨਾ, ਕਦੋਂ ਕਿਹਦਾ ਜਿਹੜਾ ਸ਼ਾਸਨ ਆਇਆ, ਕਿਹੜੇ ਟਾਈਮ ਦੇ ਵਿੱਚ ਆਇਆ, ਤਾਂ ਉਹ ਈਅਰਸ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਸਾਰਾ ਕੁਝ ਜਿਹੜਾ ਘੁੰਮ ਰਿਹਾ ਜੀ, ਇਹ ਗ੍ਰੇਗੋਰੀਅਨ ਕੈਲੰਡਰ ਹੈ ਜੀ, ਉਹਦੇ ਮੁਤਾਬਿਕ ਆਪਾਂ ਇਤਿਹਾਸ ਨੂੰ ਜਿਹੜਾ ਹੈ ਸਮਝਦੇ ਹਾਂ, ਠੀਕ ਹੈ ਜੀ। ਗ੍ਰੇਗੋਰੀਅਨ ਕੈਲੰਡਰ ਹੈ, ਜਿਹੜੇ ਸਟੂਡੈਂਟਸ ਨੂੰ, ਫਰੈਂਡਸ ਨੂੰ ਨਹੀਂ ਪਤਾ, ਉਹ ਪਤਾ ਹੋਣਾ ਚਾਹੀਦਾ ਜੀ, ਗ੍ਰੇਗੋਰੀਅਨ ਕੈਲੰਡਰ ਹੈ, ਠੀਕ ਹੈ ਜੀ। ਸਭ ਤੋਂ ਜ਼ਿਆਦਾ ਇਸੇ ਕੈਲੰਡਰ ਨੂੰ ਜਿਹੜਾ ਦੁਨੀਆ ਦੇ ਵਿੱਚ ਜਿਹੜਾ ਮੰਨਿਆ ਜਾਂਦਾ, ਇਹਦੇ ਰਾਹੀਂ ਜਿਹੜਾ ਇਹੀ ਕੈਲੰਡਰ ਜ਼ਿਆਦਾ ਦੁਨੀਆ ਦੇ ਵਿੱਚ ਜਿਹੜਾ ਕੰਮ ਹੈ ਉਹ ਕਰ ਰਿਹਾ ਹੈ, ਅਤੇ ਇਤਿਹਾਸ ਨੂੰ ਇਹਦੇ ਨਾਲ ਜਿਹੜਾ ਆਸਾਨੀ ਦੇ ਨਾਲ ਜਿਹੜਾ ਸਮਝਿਆ ਜਾ ਸਕਦਾ ਹੈ। ਸੋ ਗ੍ਰੇਗੋਰੀਅਨ ਕੈਲੰਡਰ ਹੈ, ਇਹਦੇ ਬਾਰੇ ਦੇ ਵਿੱਚ ਪਤਾ ਹੋਣਾ ਚਾਹੀਦਾ, ਇੰਪੋਰਟੈਂਟ ਹੈ ਜੀ। ਕੈਲੰਡਰ ਕਿਹੜਾ ਹੈ ਜੀ? ਗ੍ਰੇਗੋਰੀਅਨ। ਹੁਣ ਜੇਕਰ ਆਪਾਂ ਗੱਲ ਕਰੀਏ ਜੀ, ਇਹ ਜਿਹੜਾ ਕੈਲੰਡਰ ਸੀਗਾ, ਹੈ ਨਾ, ਜਦੋਂ ਵੀ ਕੋਈ ਵੀ ਕੈਲੰਡਰ ਹੋਣ ਦੇ ਵਿੱਚ ਆਉਂਦਾ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਤਾਂ ਜਿਹੜੀ ਘਟਨਾ ਹੁੰਦੀ ਹੈ, ਉਹਨੂੰ ਕੋਈ ਨਾ ਕੋਈ ਤਾਂ ਇੱਕ ਜਿਹੜਾ ਇਤਿਹਾਸ ਹੈ ਉਹਦੇ ਪ੍ਰਤੀ ਵੀ ਜਿਹੜਾ ਹੁੰਦਾ ਹੈ ਉਹ ਹੋਂਦ ਦੇ ਵਿੱਚ ਆਉਂਦਾ ਹੈ, ਤਾਂ ਕਿਸੇ ਘਟਨਾ ਨੂੰ ਆਧਾਰ ਬਣਾ ਕੇ ਹੀ ਹੋਂਦ ਦੇ ਵਿੱਚ ਉਹ ਆਉਂਦਾ ਹੈ। ਅਤੇ ਜੇਕਰ ਆਪਾਂ ਗ੍ਰੇਗੋਰੀਅਨ ਜਿਹੜੀ ਕੈਲੰਡਰ ਦੀ ਗੱਲ ਕਰੀਏ, ਜਿਹਦੇ ਅਕੋਰਡਿੰਗ ਆਪਣਾ ਜਿਹੜਾ ਪੂਰਾ ਜਿਹੜਾ ਇਤਿਹਾਸ ਹੈ ਉਹ ਜਿਹੜਾ ਘੁੰਮਦਾ ਆਪਾਂ ਸਮਝਦੇ ਹਾਂ, ਠੀਕ ਹੈ। ਇਸ ਕੈਲੰਡਰ ਦਾ ਜੇਕਰ ਸੰਬੰਧ ਦੀ ਗੱਲ ਕਰੀਏ ਤਾਂ ਇਹਦਾ ਜਿਹੜਾ ਸੰਬੰਧ ਹੈ ਜੀ, ਇਹ ਕਿਹਦੇ ਨਾਲ ਸੰਬੰਧਿਤ ਹੈ ਜੀ? ਈਸਾ ਮਸੀਹ ਦਾ ਜਿਹੜਾ ਜਦੋਂ ਜਨਮ ਹੋਇਆ ਸੀ, ਬਰਥ ਆਫ ਜੀਸਸ ਕ੍ਰਿਸਟ ਦਾ ਜਦੋਂ ਜਨਮ ਹੋਇਆ ਸੀ, ਈਸਾ ਮਸੀਹ ਦਾ ਜਦੋਂ ਜਨਮ ਹੋਇਆ ਸੀ, ਉਦੋਂ ਇਸ ਜਿਹੜੀ ਕੈਲੰਡਰ ਦੀ ਇਹਦੀ ਜਿਹੜੀ ਸ਼ੁਰੂਆਤ ਹੈ ਉਹ ਮੰਨੀ ਗਈ। ਗ੍ਰੇਗੋਰੀਅਨ ਕੈਲੰਡਰ ਸੀਗਾ ਜੋ, ਠੀਕ ਹੈ ਜੀ, ਈਸਾ ਮਸੀਹ ਦੀ। ਹੁਣ ਇੱਥੇ ਦੋ ਚੀਜ਼ਾਂ ਜੀ, ਇੱਥੇ ਇਹਦੇ ਜਨਮ ਨੂੰ ਲੈ ਕੇ, ਇੱਕ ਤਾਂ ਇਹਦੇ ਜਨਮ ਤੋਂ ਬਾਅਦ ਦਾ ਜਿਹੜਾ ਸਮਾਂ ਹੈ, ਠੀਕ ਹੈ, ਇੱਕ ਇਹਦੇ ਜਨਮ ਤੋਂ ਪਹਿਲਾਂ ਦਾ ਸਮਾਂ। ਜਿਹੜਾ ਤਾਂ ਪਹਿਲਾਂ ਦਾ ਸਮਾਂ ਸੀ ਇਹਨੂੰ ਜਿਹੜਾ BC ਕਿਹਾ ਜਾਂਦਾ, ਅਤੇ ਜਿਹੜਾ ਪਹਿਲਾਂ ਦਾ ਸਮਾਂ ਸੀ BC, ਜਿਹੜਾ ਬਾਅਦ ਦਾ ਸਮਾਂ ਸੀ ਉਹਨੂੰ AD ਕਿਹਾ ਜਾਂਦਾ, ਠੀਕ ਹੈ। ਇਹ ਚੀਜ਼ਾਂ ਜਿਹੜੀਆਂ ਪਤਾ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਆਪਾਂ ਇਤਿਹਾਸ ਦੇ ਵਿੱਚ ਇਹਨਾਂ ਜਿਹੜੀਆਂ ਚੀਜ਼ਾਂ ਨੂੰ ਆਪਾਂ ਸੰਨ ਨੂੰ ਪੜ੍ਹਨਾ, ਅਤੇ ਉਦੋਂ ਤੁਸੀਂ ਜਿਹੜਾ ਕਨਫਿਊਜ਼ ਆ ਉਹ ਹੋ ਸਕਦੇ ਹੋ, ਹੈ ਨਾ। ਅਤੇ ਇਹਨਾਂ ਚੀਜ਼ਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਈਸਾ ਮਸੀਹ ਦੇ ਜਨਮ ਤੋਂ ਪਹਿਲਾਂ ਦਾ ਸਮਾਂ ਦੇ ਨਾਲ ਆਪਾਂ BC ਲਗਾਉਂਦੇ ਹਾਂ, ਇਹ ਮੈਨਸ ਦੇ ਵਿੱਚ ਜਿਹੜਾ ਚੱਲਦਾ ਸੀ, ਠੀਕ ਹੈ। ਮੈਨਸ ਨਹੀਂ, ਇੱਥੇ ਆਪਾਂ ਕਹਿ ਸਕਦੇ ਇਹ BC, ਮਤਲਬ ਕਿ ਜਿਵੇਂ ਇੱਥੇ 1 2 3 ਇੱਦਾਂ ਜਿਹੜਾ ਵਰਕ ਕਰਦਾ ਸੀਗਾ। ਅਤੇ AD ਸੀ ਜਿਹੜਾ, ਇਹ ਜਿਹੜਾ ਹੈ ਇਹ ਤਾਂ ਜਿਹੜਾ ਸਿੱਧਾ ਹੀ ਜਿਹੜਾ ਵਰਕ ਕਰਦਾ ਸੀ ਨਾ, ਅੱਗੇ ਵੱਧਦਾ ਸੀਗਾ ਇਹ, ਠੀਕ ਹੈ।
ਤੇ ਇਹਦੇ ਵਿੱਚ ਆਪਾਂ ਜਿਹੜਾ ਜਿਵੇਂ ਇੱਥੇ ਜਿਹੜਾ 2500 ਜੇਕਰ ਆਪਾਂ BC ਦੀ ਗੱਲ ਕਰੀਏ, ਫਿਰ 1700 BC ਆਊਗਾ, ਮਤਲਬ ਇਦਾਂ ਇਹ ਕਰਦਾ ਸੀ, ਹੈ ਨਾ। ਇਹ ਇੱਧਰ ਨੂੰ ਜਿਹੜਾ ਵਾਧਾ ਸੀਗਾ, ਬਟ ਇੱਧਰ ਨੂੰ ਵਾਧਾ ਸੀਗਾ, ਪਰ ਇਸ ਚੀਜ਼ ਨੂੰ ਜਿਹੜਾ ਧਿਆਨ ਦੇ ਵਿੱਚ ਜਿਹੜੀ ਰੱਖਣ ਦੀ ਜ਼ਰੂਰਤ ਹੈ ਜੀ, ਇਹ BC ਸੀਗਾ, ਇਹ AD ਸੀਗਾ, ਇਹਨਾਂ ਤੁਹਾਨੂੰ ਜਿਹੜਾ ਪਤਾ ਹੈ ਉਹ ਹੋਣਾ ਚਾਹੀਦਾ ਹੈ। ਸੋ ਬਰਥ ਦੇ ਸਮੇਂ ਤੋਂ ਜਿਹੜਾ ਬਾਅਦ ਦਾ ਜਿਹੜਾ ਸਮਾਂ ਸੀਗਾ, ਠੀਕ ਹੈ ਜੀ, ਇਹ ਜਦੋਂ ਦਾ ਜਨਮ ਹੋ ਗਿਆ, ਇੱਥੋਂ ਜਿਹੜਾ ਸੀ ਐਨੋਡੋਮੀ ਜਿਹੜਾ ਸਮੇਂ ਨੂੰ ਜਿਹੜਾ ਕਿਹਾ ਜਾਣ ਲੱਗ ਗਿਆ, ਬਾਅਦ ਦੇ ਸਮੇਂ ਨੂੰ। ਉਹਦੇ ਜਨਮ ਤੋਂ ਲੈ ਕੇ ਬਾਅਦ ਦਾ ਜਿਹੜਾ ਸਮਾਂ ਸੀਗਾ, ਈਸਾ ਮਸੀਹ ਦੇ ਜਨਮ ਤੋਂ ਬਾਅਦ ਦਾ ਸਮਾਂ, ਉਹਨੂੰ ਜਿਹੜਾ ਸੀ ਐਨੋਡੋਮੀ ਜਿਹੜਾ ਕਿਹਾ ਗਿਆ। ਤੇ ਇਸ ਜਿਹੜਾ ਸਮੇਂ ਨੂੰ ਜਿਹੜਾ ਕਾਮਨ ਈਰਾ ਵੀ ਜਿਹੜਾ ਕਿਹਾ ਜਾਂਦਾ। ਸੋ ਕਾਮਨ ਈਰਾ ਵੀ ਸ਼ਬਦ ਇਹਦੇ ਲਈ ਜਿਹੜਾ ਵਰਤਿਆ ਜਾਂਦਾ ਹੈ। ਕਾਮਨ ਈਰਾ ਸਾਰੇ ਲੋਕਾਂ ਦਾ ਸਾਲ, ਕਾਮਨ ਈਰਾ ਤੇ ਐਨੋਡੋਮੀ, ਠੀਕ ਹੈ ਜੀ। ਸੋ ਇਹ ਲਤੀਨੀ ਭਾਸ਼ਾ ਦਾ ਜਿਹੜਾ ਸ਼ਬਦ ਸੀਗਾ ਐਨੋਡੋਮੀ। ਨੈਕਸਟ ਆ ਜਾਓ ਜੀ, ਐਨੋਡੋਮੀ ਨੂੰ ਹੋਰ ਕੀ ਕਿਹਾ ਜਾਂਦਾ? ਈਅਰ ਆਫ ਗੋਡ ਵੀ ਕਹਿ ਦਿੱਤਾ ਜਾਂਦਾ। ਐਨੋਡੋਮੀ ਨੂੰ ਕੀ ਕਹਿ ਦਿੱਤਾ ਜਾਂਦਾ ਜੀ? ਈਅਰ ਆਫ ਗੋਡ। ਸੋ ਬਰਥ ਤੋਂ ਜਿਹੜਾ ਪਹਿਲਾ ਦਾ ਸਮਾਂ ਸੀ ਉਹਨੂੰ BC ਕਿਹਾ ਜਾਂਦਾ ਸੀ, ਤੇ BC ਦੀ ਫੁੱਲ ਫਾਰਮ ਕੀ ਹੈ ਜੀ? ਬਿਫੋਰ ਕਾਮਨ ਈਰਾ, ਬਿਫੋਰ ਕਾਮਨ ਈਰਾ, ਠੀਕ ਹੈ। ਈਸਾ ਪੂਰਵ ਜਿਹਨੂੰ ਪੰਜਾਬੀ ਦੇ ਵਿੱਚ ਜਿਹੜਾ ਕਹਿ ਦਿੰਦੇ ਆ। ਤੇ ਬਰਥ ਤੋਂ ਜਿਹੜਾ ਬਾਅਦ ਦਾ ਸਮਾਂ ਸੀ ਇਹ ਸੀਗਾ ਜੀ AD, ਤੇ ਇਹਨੂੰ CE ਵੀ ਕਹਿ ਦਿੰਦੇ ਆ। AD ਕੀ ਹੈ ਜੀ? ਐਨੋਡੋਮੀ, ਠੀਕ ਹੈ, ਜਾਂ ਇਹਨੂੰ ਕਹਿ ਦਿੰਦੇ ਜੀ ਕਾਮਨ ਈਰਾ ਈਸਵੀ, ਠੀਕ ਹੈ ਜੀ। ਇਹਨੂੰ ਪੰਜਾਬੀ ਦੇ ਵਿੱਚ ਈਸਵੀ ਜਿਹੜਾ ਕਹਿ ਦਿੰਦੇ ਆ। ਸੋ ਇਹ ਜਿਹੜੀਆਂ ਤੁਹਾਨੂੰ ਚੀਜ਼ਾਂ ਜਿਹੜੀਆਂ ਪਤਾ ਹੈ ਉਹ ਹੋਣੀਆਂ ਚਾਹੀਦੀਆਂ ਨੇ, ਠੀਕ ਹੈ। ਸੋ ਇਹਦੇ ਵਿੱਚ ਜਿਵੇਂ ਕੁਝ ਹੈ ਜੀ, ਜਿਵੇਂ ਸਿਕੰਦਰ ਦਾ ਜਿਹੜਾ ਹਮਲਾ ਹੋਇਆ ਸੀ ਉਹ 326 ਜਿਹੜਾ BC ਦੇ ਵਿੱਚ ਹੋਇਆ ਸੀ। ਸਿੱਧੂ ਘਾਟੀ ਜਿਹੜੀ ਸਭਿਅਤਾ ਜਿਹੜੀ ਮੰਨੀ ਜਾਂਦੀ ਹੈ ਉਹ 2500 BC ਤੋਂ 1700 BC ਦਾ ਜਿਹੜਾ ਸਮਾਂ ਸੀ ਉਹਨੂੰ ਜਿਹੜਾ ਮੰਨਿਆ ਉਹ ਜਾਂਦਾ ਹੈ, ਠੀਕ ਹੈ। ਸਿਕੰਦਰ ਦਾ ਹਮਲਾ ਹੋਇਆ ਸੀ 326 BC ਦੇ ਵਿੱਚ, ਠੀਕ ਹੈ। ਸਿੱਧੂ ਘਾਟੀ ਸਭਿਅਤਾ ਸੀ 2500 BC ਤੋਂ 1700 BC ਦਾ ਸਮਾਂ। ਸੋ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਇੱਧਰ BC ਲੱਗਦਾ ਪਹਿਲਾਂ ਤੇ ਬਾਅਦ ਵਿੱਚ ਜਿਹੜਾ AD ਲੱਗਦਾ। ਸੋ ਗ੍ਰੇਗੋਰੀਅਨ ਜਿਹੜਾ ਕੈਲੰਡਰ ਸੀ ਇਹ ਕਿਸੇ ਜਿਹੜਾ ਪਰਸਨ ਦੇ ਨਾਮ ਤੇ, ਕਿਸੇ ਸੰਤ ਦੇ ਨਾਮ ਤੇ ਜਿਹੜਾ ਰੱਖਿਆ ਹੈ ਇਹ ਗਿਆ ਸੀ, ਤੇ ਇਹਦੇ ਬਾਰੇ ਦੇ ਵਿੱਚ ਵੀ ਤੁਹਾਨੂੰ ਜਿਹੜਾ ਪਤਾ ਹੋਣਾ ਚਾਹੀਦਾ। ਲਾਸਟ ਦੇ ਆਪਾਂ ਜਿਹੜੀ ਇੱਕ ਕੁਇਕ ਰਿਵੀਜ਼ਨ ਵੀ ਇਹਦੀ ਜਿਹੜੀ ਕਰ ਲਾਂਗੇ। ਹੁਣ ਜੇਕਰ ਆਪਾਂ ਹਿਸਟਰੀ ਦੀ ਗੱਲ ਕਰੀਏ ਤਾਂ ਹਿਸਟਰੀ ਜਿਹੜੀ ਹੈ ਜੀ ਇਹ 3 ਪ੍ਰਕਾਰ ਦੀ ਜਿਹੜਾ ਪੀਰੀਅਡ ਹੈ ਉਹ ਮੰਨਿਆ ਜਾਂਦਾ ਹਿਸਟਰੀ ਦਾ। ਸੋ ਇਹਦੇ ਬਾਰੇ ਦੇ ਵਿੱਚ ਵੀ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਹੀ ਜ਼ਿਆਦਾ ਸੌਖਾ ਹੈ ਇਹ। ਸੋ ਮੈਂ ਪਹਿਲਾਂ ਵੀ ਇੱਕ ਜਿਹੜੇ ਨੋਟਸ ਅਪਲੋਡ ਕੀਤੇ ਸੀ ਉਹਨਾਂ ਦੇ ਵਿੱਚ ਵੀ ਆਪਾਂ ਜਿਹੜੀ ਇਹ ਗੱਲ ਹੈ ਉਹ ਕੀਤੀ ਸੀਗੀ, ਠੀਕ ਹੈ। ਇਹ ਪ੍ਰੀ ਹਿਸਟੋਰਿਕ ਪੀਰੀਅਡ ਇੱਕ ਹਿਸਟਰੀ ਦੇ ਵਿੱਚ ਹੁੰਦਾ ਜੀ, ਪ੍ਰੀ ਹਿਸਟੋਰਿਕ ਪੀਰੀਅਡ, ਇੱਕ ਹੁੰਦਾ ਜੀ ਪ੍ਰੋਟੋ ਹਿਸਟੋਰਿਕ ਪੀਰੀਅਡ, ਇੱਕ ਹੁੰਦਾ ਜੀ ਹਿਸਟੋਰਿਕ ਪੀਰੀਅਡ, ਠੀਕ ਹੈ ਜੀ। ਪ੍ਰੀ ਹਿਸਟੋਰਿਕ ਪੀਰੀਅਡ, ਪ੍ਰੋਟੋ ਹਿਸਟੋਰਿਕ ਪੀਰੀਅਡ ਤੇ ਹਿਸਟੋਰਿਕ ਪੀਰੀਅਡ। ਸੋ ਪ੍ਰੀ ਹਿਸਟੋਰਿਕ ਪੀਰੀਅਡ ਕੀ ਹੈ? ਉਹ ਸਮਾਂ ਕਾਲ ਜਿੱਥੇ ਕੋਈ ਵੀ ਜਿਹੜੀ ਇਤਿਹਾਸ ਨੂੰ ਲੈ ਕੇ ਜਾਂ ਕੋਈ ਵੀ ਜਿਹੜੀ ਭਾਸ਼ਾ ਹੈ ਉਹ ਨਹੀਂ ਮਿਲਦੀ, ਕੋਈ ਵੀ ਜਿਹੜੀ ਭਾਸ਼ਾ ਨਹੀਂ ਹੈਗੀ, ਲਿਖਤੀ ਰੂਪ ਹੈ ਨਹੀਂ, ਮਟੀਰੀਅਲ ਹੈ ਨਹੀਂ ਲਿਖਤੀ। ਉਸ ਟਾਈਮ ਦੇ ਵਿੱਚ ਜਿਹੜੇ ਪੱਥਰ ਹੁੰਦੇ ਸੀ, ਜਿਵੇਂ ਸਿੱਕੇ ਹੋ ਗਏ ਸੀਗੇ, ਉੱਥੋਂ ਹੀ ਜਿਹੜੀ ਆਪਾਂ ਨੂੰ ਜਿਹੜੀ ਇਹ ਜਾਣਕਾਰੀ ਹੈ ਉਹ ਮਿਲਦੀ ਸੀਗੀ, ਠੀਕ ਹੈ ਜੀ। ਜਿਵੇਂ ਪੱਥਰ ਹੋ ਗਿਆ ਜਿਹੜਾ, ਤੇ ਪੱਥਰ ਯੁੱਗ ਦਾ ਸਮਾਂ ਹੋ ਗਿਆ, ਸਿੱਕੇ ਹੋ ਗਏ, ਹੈ ਨਾ। ਇੱਦਾਂ ਦਾ ਜਿਹੜਾ ਸਮਾਂ ਸੀ ਇੱਥੇ ਕੋਈ ਵੀ ਜਿਹੜੀ ਭਾਸ਼ਾ ਹੈ ਉਹ ਨਹੀਂ ਮਿਲਦੀ, ਕਿਤਾਬਾਂ ਲਿਖਤਾਂ ਨਹੀਂ ਹੁੰਦੀਆਂ। ਇਸ ਟਾਈਮ ਦੇ ਵਿੱਚ ਆਪਾਂ ਨੂੰ ਕੋਈ ਵੀ ਜਿਹੜੀਆਂ ਕਿਤਾਬਾਂ ਤੇ ਜਿਹੜੀਆਂ ਲਿਖਤਾਂ ਹੈ ਉਹ ਨਹੀਂ ਮਿਲਦੀਆਂ, ਸਿਰਫ ਪੱਥਰ ਯੁੱਗ ਸੀ, ਜਿਵੇਂ ਉਦੋਂ ਪੱਥਰ ਸੀ, ਸਿੱਕੇ ਸੀ, ਉਹੀ ਆਪਾਂ ਨੂੰ ਮਿਲਦੇ ਆ। ਕੋਈ ਵੀ ਭਾਸ਼ਾ ਨਹੀਂ ਹੈਗੀ ਉਸ ਸਮੇਂ ਦੀ ਜਿਹੜੀ ਜਾਣਕਾਰੀ ਹੈ ਉਹ ਦੇਣ ਦੀ। ਤੇ ਇਹ ਵਾਲਾ ਸਮਾਂ ਅਨਨੋਨ ਹੀ ਹੈ, ਠੀਕ ਹੈ। ਲਗਾ ਲਓ ਤੁਸੀਂ 2500 BC ਤੋਂ ਪਹਿਲਾਂ ਦਾ ਜਿਹੜਾ ਸਮਾਂ ਸੀਗਾ ਉਹ ਹੈਗਾ ਸੀਗਾ ਜੀ ਜਿਹੜਾ ਪ੍ਰੀ ਹਿਸਟੋਰਿਕ ਪੀਰੀਅਡ, ਜਿੱਥੇ ਕਿ ਕੋਈ ਵੀ ਜਿਹੜੀ ਭਾਸ਼ਾ ਹੈ ਉਹ ਨਹੀਂ ਮਿਲਦੀ, ਠੀਕ ਹੈ ਜੀ। ਨੈਕਸਟ ਆ ਜਾਓ ਜੀ, ਆਪਾਂ ਜ਼ਿਆਦਾ ਟਾਈਮ ਨਹੀਂ ਲਵਾਂਗੇ, ਸੌਖਾ ਹੀ ਹੈ ਟੌਪਿਕ। ਸੋ ਪ੍ਰੋਟੋ ਹਿਸਟੋਰਿਕ ਕੀ ਹੁੰਦਾ ਜੀ? ਪ੍ਰੋਟੋ ਹਿਸਟੋਰਿਕ ਪੀਰੀਅਡ ਉਹ ਸਮਾਂ ਕਾਲ ਜਿਸ ਵਿੱਚ ਜਿਹੜੀ ਭਾਸ਼ਾ ਹੈ ਉਹ ਮਿਲਦੀ ਹੈ, ਤੇ ਉਸ ਭਾਸ਼ਾ ਨੂੰ ਅਸੀਂ ਜਿਹੜਾ ਆਸਾਨੀ ਦੇ ਨਾਲ ਜਿਹੜਾ ਅਸੀਂ ਪੜ੍ਹ ਨਹੀਂ ਸਕੇ। ਉਹ ਸਮਾਂ ਕਾਲ ਜਿਸ ਵਿੱਚ ਜਿਹੜੀ ਭਾਸ਼ਾ ਹੈ ਉਹ ਮਿਲ ਜਾਂਦੀ ਹੈ, ਤੇ ਉਸ ਭਾਸ਼ਾ ਨੂੰ ਅਸੀਂ ਅਜੇ ਤੱਕ ਜਿਹੜਾ ਪੜ੍ਹ ਹੀ ਨਹੀਂ ਸਕੇ, ਉਹਨੂੰ ਜਿਹੜਾ ਸਮਝ ਹੀ ਨਹੀਂ ਸਕੇ, ਵੀ ਉਹ ਭਾਸ਼ਾ ਨੂੰ ਮਤਲਬ ਸਮਝ ਹੀ ਨਹੀਂ ਸਕੇ, ਕਿਉਂਕਿ ਆਪਣੀ ਜਿਹੜੀ ਸਮਝ ਤੋਂ ਬਾਹਰ ਹੈ ਉਹ ਕੀ ਲਿਖਿਆ ਹੈ ਨਾ। ਉਹ ਭਾਸ਼ਾ ਤਾਂ ਮਿਲ ਗਈ, ਉੱਥੇ ਕੁਝ ਲਿਖਿਆ ਹੈ, ਬਟ ਆਪਾਂ ਨੂੰ ਸਮਝ ਨਹੀਂ ਲੱਗ ਰਹੀ ਵੀ ਹੁਣ ਇੱਥੇ ਲਿਖਿਆ ਕੀ ਹੈ, ਠੀਕ ਹੈ। ਇਹ ਜਿਹੜਾ ਸਮਾਂ ਸੀ ਇਹ 2500 BC ਤੋਂ 1750 BC ਦਾ ਜਿਹੜਾ ਸਮਾਂ ਸੀਗਾ, ਇਹ ਹੜੱਪਾ ਸੱਭਿਅਤਾ ਦਾ ਜਿਹੜਾ ਇਹ ਸਮਾਂ ਲਗਾ ਲਓ। ਉਸ ਟਾਈਮ ਦੇ ਜਿਹੜਾ ਮੋਹਰਾਂ ਸੀਗੀਆਂ ਜਾਂ ਸ਼ਿਲਾ ਲੇਖ ਸੀ ਜਾਂ ਖੁਦਾਈ ਤੋਂ ਜਿਹੜੀਆਂ ਚੀਜ਼ਾਂ ਹੈ ਉਹ ਮਿਲੀਆਂ ਨੇ, ਹੈ ਨਾ। ਉੱਥੇ ਜਿਹੜੀ ਉਹਨਾਂ ਤੋਂ ਜਿਹੜੀ ਖੁਦਾਈ ਜਦੋਂ ਕੀਤੀ ਗਈ, ਭਾਸ਼ਾ ਤਾਂ ਮਿਲ ਗਈ, ਬਟ ਉਸ ਭਾਸ਼ਾ ਨੂੰ ਅਸੀਂ ਜਿਹੜਾ ਸਮਝ ਨਹੀਂ ਸਕੇ।
तो वो जिहड़ा समा हो जाऊगा जी ये प्रोटो हिस्टोरिक पीरियड हो गया। भाषा तो मिल गई पर असी जिहड़ा अजे समझ नहीं सके, जिवें मोहरां हो गईयां, शिलालेख हो गए, खुदाई तो चीज़ां मिलियां। ठीक है, ये 2500 BC तो 1700 BC 1750 BC हड़प्पा सभ्यता का जिहड़ा समा है वो हो गया। ठीक है जी, ये आ गई जी प्रोटो हिस्टोरिक पीरियड। ठीक है जी, नैक्सट आ जाओ जी हिस्टोरिक हुण पीरियड की गल करांगे। वो समा जिस वे सानू भाषा मिलती है तो असी उसनू पढ़ सकते हैं। ठीक है, हुण सानू भाषा मिल गई इस समय दे विच ते असी उहनू जिहड़ा समझ भी सकते हैं। जिवें कि 1600 BC का जिहड़ा समा सी वैदिक काल सीगा, उत्थों जिहड़ी हो गई इहदी जिहड़ी इस तो बाद का जिहड़ा समा सी उत्थों जिहड़ी शुरुआत हो गई 1600 BC तो वैदिक काल तो, जिंदे विच जिहड़े वेद हो गए जिवें ऋग्वेद, अर्थवेद, युजुर्वेद, समरवेद, है ना, ये वाले जिहड़े वेद सीगे इन्हां नूं असी जिहड़ा भाषा मिल गई, इन्हां नूं आपां जिहड़ा चंगी तरह दे नाल जिहड़ा इहनूं जिहड़ा पढ़ लिया। भावें भाषा जिहड़ी संस्कृत सी, सो संस्कृत भाषा दे लोग इन्हां नूं जिहड़ा समझण जिहड़ा लग गए तां उस समय दे बारे दे विच जिहड़ा पता लगन लग गया। है ना, इत्थों जिहड़ी सानूं जिहड़ी जानकारी है उस समय दी जिहड़ी मिलना है वो लग गई। सो हिस्टोरिक पीरियड किहड़ा हुंदा जिथे सानूं भाषा भी मिल गई ते असीं उसनूं जिहड़ा समझ भी लिया, असीं ਉਹਨੂੰ जिहड़ा पढ़ भी सकते हैं। है ना, उस भाषा नूं। ठीक है, इहदे विच एग्जाम्पल ऋग्वेद, अर्थवेद, युजुर्वेद, समरवेद। सो 1600 BC वैदिक काल। सो ये 1600 BC तो बाद का जिहड़ा समा है जी वो सारा वो जिहड़ा हिस्टोरिक जिहड़ा पीरियड है। ठीक है, बाद का जिहड़ा समा 1600 BC तो बाद का समा है ये जी हिस्टोरिक पीरियड है। ठीक है जी, ये आ गया जाते हिस्टरी दे विच जिहड़े पीरियड है तो आपां इहदी एक जिहड़ी क्विक जिहड़ी रिवीजन है आपां स्टार्टिंग तो लैके जिहड़ी वो कर लैंदे आ। हिस्टोरी शब्द ग्रीक भाषा तो बनिया जी, हिस्टरी शब्द ग्रीक भाषा तो बनिया। ग्रीक भाषा का शब्द सीगा जी हिस्टोरिया। ठीक है, लंघे हुए समय के बारे दे विच जिथे गल कीती जांदी है, पड़चोल कीती जांदी है। जिहड़ा बंदा हिस्टरी की गल करदा, इतिहास इकट्ठा करदा, उहनूं हिस्टोरीयन कहा जांदा है। ठीक है जी, उहनूं हिस्टोरीयन कहा जांदा। जिहड़ा लिखदा है उहनूं हिस्टोग्राफी कहा जाता है। ठीक है जी, वर्ल्ड हिस्टरी का पितामा कौन सीगा जी, हेरोडोटस सीगा। भारतीय इतिहास का पितामा कौन सी, कलहन सी। उन्हें जिहड़ा ग्रंथ लिखिया सी राजतरंगिणी लिखिया सी, जिहदे विच कश्मीर के इतिहास की जिहड़ी गल है उन्हें कीती सी। क्विक रिवीजन है जी। हिस्टरी दे विच आपां गल किंदी करदे हां जी, ईवेंट्स की गल करदे हां, इंपैक्ट की पए ने उहदी आपां गल करदे हां, ते किहड़े सोर्स तो आपां नूं हिस्टरी बारे पता लगदा है उहदे बारे दे विच आपां जिहड़ी गल है वो करदे हां। सो डिटेल समझाउण दी लोड़ नहीं है। मैगथनीज सी, इहने नरेशन लिखिया सी, इहने बिरतांत लिखिया सीगा, इस करके इहनूं जिहड़ा भारत का जिहड़ा पितामा है वो नहीं कहा जाता इतिहास का पितामा, कलहन है। ठीक है जी, सो दुनिया की शुरुआत अफ्रीका तो हुई है तो भारत की जी शुरुआत दुनिया की शिवालिक दी पहाड़ियां तो हुई है। कैलेंडर किहड़ा जी इतिहास नूं जानन दा, ग्रेगोरियन कैलेंडर है। इंडियन हिस्टरी नूं जानन लई ग्रेगोरियन कैलेंडर है तो ज़्यादातर यही वरतिया जाता है। तो ग्रेगोरियन जिहड़ा कैलेंडर सी इहदे बारे जिहड़ी घटना सी जिहड़ा मन्निया जाता, मेन पॉइंट वो मन्निया जाता जी बर्थ ऑफ जीसस क्रिस्ट, ईसा मसीह का जन्म होया सी उहदे नाल जिहड़ा इहनूं ग्रेगोरियन कैलेंडर ये जिहड़ा तैयार है वो जिहड़ा होया। ठीक है, ग्रेगोरियन कैलेंडर बर्थ ऑफ जीसस क्रिस्ट। इहदे तो जन्म तो पहला वाला समा BC है जी, तो उस तो बाद वाला समा AD है। ठीक है, AD नूं एनोडोमी कहा जाता है। ठीक है, BC नूं बिफोर कॉमन ईरा कहा जाता है। ठीक है, तो AD जो सीगा उहदे नाल जिहड़ा इहनूं कॉमन ईरा भी जिहड़ा कह दिता जाता है। ठीक है, BC ईसा पूर्व बिफोर कॉमन ईरा, AD कॉमन एनोडोमी, CE कॉमन ईरा। ठीक है, सिकंदर का जिहड़ा हमला होया सी 326 BC दे विच होया सी। सिद्धू घाटी सभ्यता सी 2500 BC तो 1700 BC का समा सी। ग्रेगोरियन कैलेंडर जिहड़ा सी किसी संत के नाम तो बनिया सी। प्री हिस्टरी हुण पीरियड की गल कर लीए, प्री हिस्टरी इत्थे जिहड़ी कोई भी जिहड़ी है वो समा काल इत्थे कोई भी जिहड़ी भाषा सानूं नहीं मिलती, अंदाजे लगा सकते हैं आपां। ठीक है, कोई भी जिहड़ी भाषा इत्थे नहीं मिलती। प्री हिस्टरी दे विच ये समा 2500 BC तो पहलां दा सी। प्रो हिस्टोरिक पीरियड जिहड़ा सीगा इत्थे जिहड़ी भाषा मिल गई पर आपां नूं जिहड़ा पढ़ नहीं सकेगे। ठीक है, तो हिस्टोरिक जिहड़ा पीरियड सी इत्थे भाषा भी मिल गई तो उहनूं जिहड़ा समझ भी सके, जिंदे विच वेद आ जांदे आ। ये जिहड़ा 1600 BC दा समा आ जांदा वैदिक काल दा। ते प्रोटो हिस्टरी जिंदे विच भाषा भी मिल गई पर असीं पढ़ नहीं सके, वो 2500 BC तो 1750 दा हड़प्पा सभ्यता दा जिहड़ा समा सीगा जी। ठीक है जी, ये आ गया जी अपना ये सीगा जी अपने इंपॉर्टेंट जिहड़े मैं तुहानूं करवा दित्ते है। तो इहदे नाल अपना टॉपिक पूरा हो गया। वीडियो वधिया लगी लाइक कर दो, शेयर कर दो, कमेंट कर दो। तो मैं तुहानूं होर भी वध तों वध जिहड़ी नॉलेजेबल जिहड़ियां वीडियोज़ वो तुहानूं प्रोवाइड करवांदी रहांगी तां जो तुहाडी जिहड़ी हैल्प है वो हो सके। थैंक्स फॉर वॉचिंग।